ਜੜ ਨਾਮ ਰਤਨ ਗੋਵਿੰਦ ਪਾਇਆ। ਹਰ ਮਿਲੇ ਹਰ ਗੁਣ ਸੁਖ ਘਣੇ। ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ। ਵੱਡ ਭਾਗੀ ਹਰ ਰੰਗ ਹਰ ਬਣੇ। ਹਰ ਮਿਲੇ ਸੁਆਮੀ ਅੰਤਰਜਾਮੀ। ਹਰ ਨਵ ਤਨ ਹਰ ਨਵ ਰੰਗੀਆ। ਨਾਨਕ ਵਖਾਣੈ ਨਾਮ ਜਾਣੈ। ਹਰ ਨਾਮ ਹਰ ਪ੍ਰਭ ਮੰਗੀਆ। ਹਰ ਮਿਲੇ ਸੁਆਮੀ ਅੰਤਰਜਾਮੀ। ਹਰ ਨਵ ਤਨ ਹਰ ਨਵ ਰੰਗੀਆ। ਨਾਨਕ ਵਖਾਣੈ ਨਾਮ ਜਾਣੈ। ਹਰ ਨਾਮ ਹਰ ਪ੍ਰਭ ਮੰਗੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਆ। ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ 'ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੀ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸਾਡੇ ਵਾਸਤੇ ਮਹਾਰਾਜ ਦੀਆਂ ਬਖਸ਼ਿਸ਼ਾਂ ਦਾ ਦਰ ਖੁੱਲ੍ਹਦਾ, ਸਾਨੂੰ ਉਪਦੇਸ਼ ਪ੍ਰਾਪਤ ਹੁੰਦਾ ਹੈ। ਮਹਾਰਾਜ ਸਾਨੂੰ ਅੱਜ ਫਿਰ ਕਹਿੰਦੇ ਨੇ, ਭਾਈ ਇੱਕ ਗੱਲ ਚੇਤੇ ਰੱਖ ਲਓ, ਉਹ ਕਰਤਾ ਪੁਰਖ ਵਾਹਿਗੁਰੂ ਹੀ ਸਾਰੇ ਥਾਵਾਂ ਤੇ ਸਾਰਿਆਂ ਸਮਿਆਂ ਦੇ ਵਿੱਚ ਇੱਕ ਸਮਾਨ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਉਹ ਪਰਮਾਤਮਾ ਹੀ ਹਰ ਥਾਂ 'ਤੇ ਪਰਿਪੂਰਨ ਹੈ। ਇਸੇ ਕਰਕੇ ਸਿਮਰੰਤ ਸੰਤ, ਪ੍ਰਭੂ ਦੇ ਭਗਤ ਸੰਤ ਇਸੇ ਕਰਕੇ ਦਾ ਸਿਮਰਨ ਕਰਦੇ ਨੇ। ਸਿਮਰੰਤ ਸੰਤ ਗੋਬਿੰਦ ਰਮਣ, ਉਹਦਾ ਜਪ ਕਰਦੇ ਨੇ ਬਾਰ ਬਾਰ। ਨਾਨਕ ਅਗਨਾਸ਼ਨ ਪਰਮੇਸ਼ਰ ਹੈ, ਕਿਉਂਕਿ ਵਾਹਿਗੁਰੂ ਜੀ ਆਪਣੇ ਨਾਮ ਦੇ ਸਦਕੇ ਸਾਡੇ ਪਾਪ ਗਲਤੀਆਂ ਭੁੱਲਾਂ ਨੂੰ ਮਿਟਾ ਦਿੰਦੇ ਨੇ। ਆ ਸੰਸਾਰ ਦੇ ਮਾਪੇ ਆਪਣੇ ਬੱਚਿਆਂ ਦੀਆਂ ਗਲਤੀਆਂ 'ਤੇ ਪਰਦਾ ਪਾ ਦਿੰਦੇ ਨੇ। ਕਿਤੇ ਕੋਈ ਗੱਲਬਾਤ ਹੋਵੇ, ਕਹਿਣ ਲੱਗੇ ਨਾ ਸਾਡੇ ਬੱਚੇ ਨੇ ਗਲਤੀ ਨਹੀਂ ਕੀਤੀ।
ਦੁਨਿਆਵੀ ਮਾਪੇ ਆਪਣੇ ਬੱਚਿਆਂ ਦੀਆਂ ਗਲਤੀਆਂ 'ਤੇ ਪੜਦੇ ਪਾਉਂਦੇ ਨੇ, ਪਰ ਗੁਰੂ ਕਰਤਾ ਪੁਰਖ ਜੀ ਆਪਣੇ ਬੱਚਿਆਂ ਦੀਆਂ ਗਲਤੀਆਂ ਮਿਟਾ ਦਿੰਦੇ ਨੇ। ਅਤੇ ਜਿਨ੍ਹਾਂ 'ਤੇ ਪੜਦਾ ਪਾਇਆ ਜਾਏ ਉਹ ਗਲਤੀਆਂ ਦੁਬਾਰਾ ਫਿਰ ਆ ਸਕਦੀਆਂ ਨੇ, ਕਿਉਂਕਿ ਕਦੇ ਵੀ ਪੜਦਾ ਖੁੱਲ੍ਹ ਜਾਏਗਾ, ਕਿਉਂਕਿ ਗਲਤੀ ਤਾਂ ਮੁਕੰਮਲ ਹੈ ਨਾ, ਅਤੇ ਬਰਕਰਾਰ ਵੀ ਹੈ, ਕਦੇ ਵੀ ਪ੍ਰਗਟ ਹੋ ਜਾਏਗੀ। ਜਿਨ੍ਹਾਂ 'ਤੇ ਗੁਰੂ ਨਾਨਕ ਸਾਹਿਬ ਦੇ ਦਰ ਦੀ ਬਖਸ਼ਿਸ਼ ਹੁੰਦੀ ਹੈ, ਫਿਰ ਉਹਨਾਂ ਦੀਆਂ ਗਲਤੀਆਂ ਮਿਟਾ ਦਿੱਤੀਆਂ ਜਾਂਦੀਆਂ ਨੇ, ਦੁਬਾਰਾ ਗੁੰਜਾਇਸ਼ ਹੀ ਨਹੀਂ ਰਹਿੰਦੀ। ਬਸ ਇਹੀ ਗੱਲਾਂ ਅਸੀਂ ਹੌਲੀ ਹੌਲੀ ਸਮਝਣੀਆਂ ਨੇ। ਉਹੀ ਮਹਾਰਾਜ ਕਹਿੰਦੇ ਨੇ, ਅਸਾਂ ਇਸ ਗੱਲ ਰਾਹ 'ਤੇ ਤੁਰਨਾ ਹੈ, ਜਿਸ ਰਾਹ 'ਤੇ ਤੁਰਦਿਆਂ ਸਾਡੀਆਂ ਸਾਰੀਆਂ ਗਲਤੀਆਂ ਭੁੱਲਾਂ ਮਿਟ ਜਾਣ, ਅਤੇ ਗਲਤੀਆਂ ਭੁੱਲਾਂ ਮਿਟਦਿਆਂ ਮੈਲ ਉਤਰ ਜਾਏ। ਮੈਲ ਉਤਰਦਿਆਂ ਸਾਡਾ ਅੰਤःਕਰਨ, ਜਿਹਨੂੰ ਆਪਾਂ ਚੇਤਨਤਾ, ਕਦੇ ਚਿੱਤ ਕਹਿੰਦੇ ਹਾਂ, ਕਦੇ ਘਟ ਕਹਿੰਦੇ ਹਾਂ, ਕਈ ਵਾਰ ਹਿਰਦਾ ਕਹਿ ਦਿੱਤਾ ਜਾਂਦਾ ਏ, ਹੋ ਸਕਦਾ ਕੋਈ ਹੋਰ ਸ਼ਬਦ ਵੀ ਲੋਕ ਵਰਤ ਲੈਂਦੇ ਹੋਣ। ਸਾਡਾ ਅੰਦਰਲਾ ਚਿੱਤ ਗੁਰਬਾਣੀ 'ਚ ਘਟ ਵੀ ਕਿ ਇੰਨਾ ਸ਼ੁੱਧ ਅਤੇ ਨਿਰਮਲ ਹੋ ਜਾਏ ਕਿ ਉਹਦੇ ਵਿੱਚ ਗੁਰੂ ਕੀ ਦਾਤ ਅੰਮ੍ਰਿਤ ਨਾਮ ਪੈ ਜਾਏ। ਸਿਆਣੇ ਮੰਨਦੇ ਨੇ, ਜਿਤਨੀ ਵਸਤੂ ਸ਼ੁੱਧ, ਪਵਿੱਤਰ ਅਤੇ ਕੀਮਤੀ ਹੋਵੇ, ਉਸ ਨੂੰ ਪ੍ਰਾਪਤ ਕਰਨ ਵਾਸਤੇ ਭਾਂਡਾ ਵੀ ਉਤਨਾ ਸ਼ੁੱਧ, ਕੀਮਤੀ ਅਤੇ ਪਵਿੱਤਰ ਚਾਹੀਦਾ। ਅਤੇ ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕਰਨਾ ਹੈ, ਗੁਰੂ ਕੇ ਗਿਆਨ ਨੂੰ ਪ੍ਰਾਪਤ ਕਰਨਾ ਹੈ, ਅੰਮ੍ਰਿਤ ਪ੍ਰਾਪਤ ਕਰਨਾ, ਇੱਕੋ ਚੀਜ਼ਾਂ ਨੇ। ਇਹਨਾਂ ਦੇ ਅੱਖਰੀ ਭਾਵ ਅਸੀਂ ਬਾਹਰੋਂ ਅਲੱਗ-ਅਲੱਗ ਬਣਾ ਲਏ ਨੇ। ਗੁਰੂ ਕੇ ਗਿਆਨ ਵਿੱਚ ਹੀ ਅੰਮ੍ਰਿਤ ਹੈ, ਗੁਰੂ ਕੇ ਗਿਆਨ ਵਿੱਚ ਹੀ ਨਾਮ ਹੈ, ਅਤੇ ਨਾਮ ਹੀ ਅੰਮ੍ਰਿਤ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਪੜ੍ਹਦੇ ਨਾ ਆਪਾਂ, ਅੰਮ੍ਰਿਤ ਹੀ ਨਾਮ ਹੈ, ਨਾਮ ਹੀ ਅੰਮ੍ਰਿਤ ਹੈ। ਪਾਤਸ਼ਾਹ ਦਸ਼ਮੇਸ਼ ਜੀ ਨੇ ਇੱਕ ਜੁਗਤ ਦਿੱਤੀ ਹੈ ਕਿ ਭਾਈ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰ ਸਕਦੇ ਹੋ। ਜਿਵੇਂ ਸਿਆਣਾ ਕਾਰੀਗਰ ਨਲਕਾ ਲਗਾ ਦਿੰਦੇ ਅਤੇ ਭਾਈ ਬੋਕੀ ਚਲਾਉਂਦੇ ਰਹੋਗੇ, ਅੰਮ੍ਰਿਤ ਮਿਲਦਾ, ਜਲ ਮਿਲਦਾ ਰਹੇਗਾ। ਇਸੇ ਤਰ੍ਹਾਂ ਪਾਤਸ਼ਾਹ ਸਾਹਿਬ ਜੀ ਨੇ ਜੁਗਤਾਂ ਬਣਾਤੀਆਂ, ਸ਼ਬਦ ਨਾਲ ਸੁਰਤ ਜੁੜ ਲਓ, ਆਪਣੇ ਆਪ ਨੂੰ ਸਮਰਪਿਤ ਕਰ ਦਿਓ, ਤਨ ਮਨ ਧਨ ਆਪਣੇ ਗੁਰੂ ਨਾਲ ਜੁੜ ਦਿਓ, ਅਤੇ ਤੁਹਾਨੂੰ ਜਪ ਦੇ ਸਦਕੇ ਇਹ ਅੰਮ੍ਰਿਤ ਮਿਲਦਾ ਰਹੇਗਾ। ਤਾਈਓ ਤੇ ਕਹਿੰਦੇ ਨੇ ਇਹ ਨਿਤ ਨੇਮ ਹੈ। ਨਿਤ ਦਾ ਮਤਲਬ ਰੋਜ਼ਾਨਾ, ਨੇਮ ਦਾ ਮਤਲਬ ਨਿਯਮ ਨਾਲ। ਰੋਜ਼ਾਨਾ ਨਿਯਮ ਦੇ ਨਾਲ ਜਪ ਕਰਨਾ, ਬਾਣੀ ਪੜ੍ਹਨਾ, ਤਾਂ ਕਿ ਅੰਦਰਲੇ ਸੱਚ ਦੇ ਨਾਲ ਸਾਡਾ ਸੰਬੰਧ ਬਣਿਆ ਰਹਿ ਸਕੇ। ਔਰ ਅਸੀਂ ਜੋ ਜੀਵਨ ਮਕਸਦ ਲੈ ਕੇ ਮਾਤਲੋਕ 'ਤੇ ਆਏ ਹਾਂ, ਜਿਸ ਮਕਸਦ ਵਾਸਤੇ ਸਾਨੂੰ ਇਹ ਸੁੰਦਰ ਸਰੀਰ ਮਿਲਿਆ ਹੈ, ਅਸੀਂ ਉਸ ਨੂੰ ਪ੍ਰਾਪਤ ਕਰ ਸਕੀਏ, ਅਤੇ ਉਸ ਮੁਕਾਮ ਨੂੰ ਹਾਸਲ ਕਰ ਸਕੀਏ, ਉਸ ਡੈਸਟੀਨੇਸ਼ਨ 'ਤੇ ਪਹੁੰਚ ਸਕੀਏ। ਮਹਾਰਾਜ ਨੇ ਸਾਨੂੰ ਸਰੀਰ ਦੇ ਅਲੱਗ-ਅਲੱਗ ਰੂਪਕਾਂ ਦੇ ਰਾਹੀਂ ਸਮਝਾਇਆ। ਆ ਪਿਛਲੇ ਕੁਝ ਦਿਨਾਂ ਤੋਂ ਸਾਨੂੰ ਇਹ ਦੋ ਸ਼ਬਦ ਮਿਲੇ ਨੇ, ਘੋੜੀਆਂ ਦੇ ਸਿਰਲੇਖ ਹੇਠ, ਜਿਸ ਵਿੱਚ ਸਰੀਰ ਨੂੰ ਇੱਕ ਵਾਹੀਕਲ ਦੇ ਰੂਪ ਵਿੱਚ ਵਰਤਿਆ ਗਿਆ ਹੈ। ਅਤੇ ਉਦੋਂ ਜਦੋਂ ਮਹਾਰਾਜ ਦੇ ਬਚਨ ਉਚਾਰ ਰਹੇ ਨੇ, ਸਭ ਤੋਂ ਸੋਹਣਾ ਵਾਹੀਕਲ ਜਿਹੜਾ ਸੀ ਉਹ ਘੋੜੀ ਸੀ। ਕਿਸੇ ਕੋ ਠੀਕ ਹੈ ਭਾਈ ਬਹੁਤ ਤਕੜਾ ਅਮੀਰ ਹੈ, ਤੇਰਾ ਹੱਥ ਹੋਏਗਾ, ਹਾਥੀ ਹੋਣਗੇ, ਨਹੀਂ ਤਾਂ ਇਹੀ ਸਾਜੋ ਸਮਾਨ ਸੀ ਨਾ। ਆਮ ਪਿੰਡਾਂ 'ਚ ਘਰਾਂ 'ਚ ਘੋੜੀਆਂ ਰੱਖੀਆਂ ਹੁੰਦੀਆਂ ਲੋਕਾਂ ਨੇ, ਆਪਣੇ ਖੁਸ਼ੀਆਂ ਗਮੀਆਂ 'ਤੇ ਦੂਰ ਦਰਾਡੇ ਕਿਤੇ ਜਾਣਾ ਹੈ, ਅਤੇ ਭਾਈ ਘੋੜੇ 'ਤੇ ਕਾਠੀ ਪਾਈ ਅਤੇ ਤੁਰ ਪਏ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਾਨੂੰ ਵੀ ਕਰਤਾ ਪੁਰਖ ਵਾਹਿਗੁਰੂ ਜੀ ਨੇ ਜੀਵਨ ਦੀ ਆਤਮਿਕ ਯਾਤਰਾ ਵਾਸਤੇ ਸਰੀਰ ਰੂਪੀ ਘੋੜੀ ਦਿੱਤੀ ਹੈ। ਇਹਦੀ ਸਹੀ ਸਦ ਸੰਭਾਲ ਅਤੇ ਸੁਧ ਵਰਤੋਂ ਕਰ ਸਕੀਏ, ਤਾਂ ਕਿ ਅਸੀਂ ਵੀ ਆਪਣੀ ਮੰਜ਼ਿਲ ਤੱਕ ਪਹੁੰਚ ਸਕੀਏ, ਆਪਣੇ ਮੁਕਾਮ ਨੂੰ ਹਾਸਲ ਕਰ ਸਕੀਏ। ਪਿੱਛੇ ਅਸੀਂ ਕੱਲ੍ਹ ਵਾਚ ਰਹੇ ਸਾਂ ਕਿ ਭਾਈ ਸਭ ਜਨਮ ਸਫਲ ਹੋ ਜਾਂਦਾ ਹੈ, ਕਰਤਾ ਪੁਰਖ ਕਰ ਦਿੰਦੇ ਨੇ ਜਿਹੜੇ ਨਾਮ ਜਪਣ ਲੱਗ ਪੈਂਦੇ ਨੇ। ਅਤੇ ਨਾਮ ਜਪਦਿਆਂ ਇੱਕ ਸਾਨੂੰ ਉਪਦੇਸ਼ਾਤਮਕ ਵਚਨ ਸੀ, ਜਨ ਕਹੈ ਨਾਨਕ ਸੁਣੋ ਸੰਤੋ ਹਰ ਭਗਤ ਗੋਬਿੰਦ ਚੰਗੀਆ। ਅਸੀਂ ਕਹਾਂਗੇ ਨੇ ਆਹ ਕੰਮ ਚੰਗਾ ਭਾਈ ਕਰ ਲਓ, ਆਹ ਕੰਮ ਚੰਗਾ ਹੈ ਕਰ ਲਓ, ਅਤੇ ਸਤਿਗੁਰ ਕਹਿਣ ਲੱਗੇ ਭਾਈ ਰੱਬ ਦੀ ਭਗਤੀ ਕਰ ਲਓ, ਸਭ ਤੋਂ ਚੰਗੀ ਗੱਲ ਜੇ। ਗੋਬਿੰਦ ਭਗਤ
ਰੱਬ ਦੀ ਭਗਤੀ, ਵਾਹਿਗੁਰੂ ਜੀ ਦੀ ਭਗਤੀ। ਅਤੇ ਚੇਤਾ ਰੱਖਣਾ, ਸਾਡੇ ਘਰ ਜਿਹਨੂੰ ਅਸੀਂ ਗੁਰਸਿੱਖੀ ਮੰਡਲ ਕਹਿੰਦੇ ਹਾਂ, ਸਾਡੇ ਘਰ ਕੀਰਤਨ ਭਗਤੀ ਹੈ, ਪ੍ਰੇਮਾ ਭਗਤੀ ਹੈ। ਬੇਸ਼ੱਕ ਗਿਆਨੀਆਂ ਨੇ ਤਰੀਕੇ 9 ਮੰਨੇ ਨੇ ਕਿ ਤੁਸੀਂ ਇਸ ਤਰ੍ਹਾਂ ਭਗਤੀ ਕਰ ਸਕਦੇ ਹੋ। ਭਗਤੀ 9 ਪ੍ਰਕਾਰਾਂ, 9 ਪ੍ਰਕਾਰ ਦੀ ਭਗਤੀ ਗਿਆਨੀਆਂ ਨੇ ਮੰਨੀ ਹੈ। ਵੀ ਨੇਮ ਦੇ ਨਾਲ ਕਿਸੇ ਚੀਜ਼ ਦਾ ਮੱਥਾ ਟੇਕ ਦੇਣਾ, ਨੇਮ ਦੇ ਨਾਲ ਮੰਨ ਲਓ ਕੋਈ ਫੁੱਲ ਹੀ ਧਰਦਾ ਹੈ ਅਤੇ ਭਾਈ ਨੇਮ ਦੇ ਨਾਲ ਧਰਨਾ। ਵਿਸ਼ੇਸ਼ ਰੰਗ ਦਾ ਫੁੱਲ ਲੈ ਕੇ ਆਉਂਦੇ ਹੋ ਅਤੇ ਨੇਮ ਦੇ ਨਾਲ ਬਿਨਾਂ ਨਾਗਾ ਉਸੇ ਰੰਗ ਦਾ ਫੁੱਲ ਲੈ ਕੇ ਆਉਣਾ। ਜੇ ਭਾਈ ਤੁਸੀਂ ਕੋਈ ਮਿਸ਼ਟਾਨ ਲੈ ਕੇ ਆਉਂਦੇ ਹੋ ਤਾਂ ਨੇਮ ਦੇ ਨਾਲ ਲੈ ਕੇ ਆਉਣਾ। ਇਸੇ ਤਰ੍ਹਾਂ ਅਗਰ ਤੁਸੀਂ ਕੋਈ ਜਾਪ ਕਰਦੇ ਹੋ ਤਾਂ ਨੇਮ ਦੇ ਨਾਲ ਸਮੇਂ ਦੀ ਪਾਬੰਦੀ ਵਿੱਚ ਉਹ ਜਾਪ ਕਰਨਾ। ਅਗਰ ਤੁਸੀਂ ਕੋਈ ਸੇਵਾ ਕਰਦੇ ਹੋ ਤਾਂ ਨੇਮ ਦੇ ਨਾਲ ਸਮੇਂ ਦੀ ਪਾਬੰਦੀ ਵਿੱਚ ਉਸ ਸੇਵਾ ਨੂੰ ਕਰਨਾ। ਇਹ ਅਲੱਗ-ਅਲੱਗ ਤਰੀਕੇ ਨੇ, ਕਿਉਂਕਿ ਭਗਤੀ ਦੀ ਕੋਈ ਇੱਕ ਕਿਰਿਆ ਨਹੀਂ ਹੈ। ਭਗਤੀ ਦੇ ਵਿੱਚ ਜੋ ਕੀਮਤੀ ਉਹ ਨੇਮ ਹੈ, ਅਤੇ ਨੇਮ ਦੇ ਨਾਲ ਬਹੁਤਾ ਕੀਮਤੀ ਪ੍ਰੇਮ ਹੈ। ਇਹ ਦੋਨੋਂ ਚੀਜ਼ਾਂ ਤੋਂ ਇਕੱਠੀਆਂ ਹੋ ਜਾਂਦੀਆਂ ਨੇ ਅਤੇ ਨੇਮ ਮਜਬੂਰੀ ਨਹੀਂ ਰਹਿੰਦਾ। ਜੇ ਭਗਤੀ ਨਾ ਹੋਵੇ ਤਾਂ ਨੇਮ ਮਜਬੂਰੀ ਹੁੰਦਾ ਹੈ। ਆਹ ਸੰਸਾਰ ਦੇ ਬਹੁਤ ਲੋਕ ਨਿਤਨੇਮ ਕਰਦੇ ਨੇ, ਪਰ ਮਜਬੂਰੀ 'ਚ ਕਰਦੇ ਨੇ, ਕਿਉਂਕਿ ਕੀ ਕਰੀਏ ਜੀ, ਵੱਡਿਆਂ ਕਿਹਾ, ਵਡੇਰਿਆਂ ਕੋ ਕਿਹਾ, ਘਰ ਦੇ ਬਜ਼ੁਰਗ ਕਹਿੰਦੇ ਨੇ, ਗੁਰਦੁਆਰੇ ਆਓ ਤੇ ਭਾਈ ਕਹਿਣ ਲੱਗ ਪੈਂਦੇ ਨੇ, ਪੰਚਾਂ ਕੋ ਗਏ ਤੇ ਉਹ ਪੰਚ ਕਹਿਣ ਲੱਗ ਪੈਂਦੇ ਨੇ। ਨਿਤਨੇਮ ਕਰਿਆ ਕਰੋ, ਮਜਬੂਰੀ ਬਣ ਗਈ, ਕਰਨਾ ਪੈਂਦਾ। ਬਾਹਰ ਲੋਕ ਪੁੱਛ ਲੈਂਦੇ ਨੇ, ਇਸ ਕਰਕੇ ਲੋਕ ਕਰਦੇ ਤੇ ਨੇ, ਪਰ ਮਜਬੂਰੀ 'ਚ ਕਰਦੇ ਨੇ। ਟਾਵੇਂ ਬਿਰਲੇ ਨੇ ਜੋ ਪ੍ਰੇਮ ਨਾ ਕਰਦੇ ਨੇ। ਬਸ ਜੋ ਪ੍ਰੇਮ ਨਾ ਕਰਦੇ ਨੇ ਤੇ ਕੀ ਕਰਦੇ ਨੇ, ਫਿਰ ਇਹਨਾਂ ਮਤ ਪੁੱਛੋ ਕਿ ਤੁਸੀਂ ਕਿਤਨੀਆਂ ਬਾਣੀਆਂ ਪੜ੍ਹਦੇ ਹੋ। ਮਜਬੂਰੀ ਵਾਲੇ ਨੂੰ ਪੁੱਛ ਸਕਦੇ ਹੋ ਕਿਤਨੀਆਂ ਪੜ੍ਹਦੇ ਹੋ, ਪ੍ਰੇਮ ਹੀ ਨਹੀਂ ਦੱਸੇਗਾ, ਨਹੀਂ ਪੁੱਛਣ ਦਾ ਹੱਕ ਸਾਨੂੰ ਉਹਨੂੰ। ਉਹ ਪਤਾ ਨਹੀਂ ਬੈਠਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਪਤਾ ਨਹੀਂ ਸੁਖਣੀ ਕਾ ਜਾਪ ਕਰਦਾ ਹੈ ਕਿ ਜਪਜੀ ਸਾਹਿਬ ਪੜ੍ਹਦਾ ਹੈ ਕਿ ਜਾਪ ਸਾਹਿਬ ਪੜ੍ਹਦਾ ਹੈ, ਉਹ ਪ੍ਰੇਮ 'ਚ ਪੜ੍ਹਦਾ ਪਿਆ। ਕਈ ਵਾਰ ਤਾਂ ਐਸੇ ਗੁਰਮੁਖਾਂ ਦੇ ਦਰਸ਼ਨ ਅਤੇ ਸਾਖੀਆਂ ਪੜ੍ਹੀ ਦੀਆਂ ਨੇ, ਜੇ ਉਹਨੇ ਪ੍ਰੇਮ ਦੇ ਨਾਲ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਲਿਆ ਅਤੇ ਪਤਾ ਲੱਗਾ 2-2 2.5 ਘੰਟੇ ਜਪਜੀ ਸਾਹਿਬ ਦਾ ਪਾਠ ਹੀ ਕਰੀ ਜਾਂਦਾ। ਇੱਕੋ ਹੀ ਬਾਣੀ, ਇੱਕੋ ਹੀ ਤੁਕ ਲਗਾਤਾਰ ਪੜ੍ਹੀ ਜਾਂਦੇ, ਇੱਕੋ ਹੀ ਤੁਕ ਗੁਰਾ ਇੱਕ ਦੇ ਬੁਝਾਈ, ਗੁਰਾ ਇੱਕ ਦੇ ਬੁਝਾਈ, ਗੁਰਾ ਇੱਕ ਦੇ ਬੁਝਾਈ। ਵੈਸਾ ਐਸਾ ਗੁਰੂ ਦਾ ਪੱਲਾ ਪਕੜਦੇ ਨੇ ਕਿ 2-2 2.5 ਘੰਟੇ ਇੱਕੋ ਹੀ ਤੁਕ ਰਟੀ ਜਾਂਦੇ ਨੇ, ਕਿਉਂਕਿ ਪ੍ਰੇਮ ਹੈ ਨਾ। ਅਤੇ ਪ੍ਰੇਮ ਦੇ ਵਿੱਚ ਬਸ ਜਿੱਥੇ ਗੱਲ ਟਿਕ ਗਈ। ਸਾਨੂੰ ਸਮਝਾਇਆ ਕਿ ਭਾਈ ਭਗਤੀ ਗੋਬਿੰਦ ਦੀ ਬਹੁਤ ਚੰਗੀ ਗੱਲ ਹੈ। ਅਤੇ ਹੁਣ ਕੀ ਕਰੀਏ? ਜਿਵੇਂ ਸਰੀਰਕ ਘੋੜੀ, ਦੁਨੀਆਵੀ ਘੋੜੀ ਨੂੰ ਤਿਆਰ ਕਰੀਦਾ, ਸਰੀਰਕ ਘੋੜੀ ਨੂੰ ਤਿਆਰ ਕਰ। ਅੱਜ ਕਹਿੰਦੇ ਦੇਹ ਕੰਚਨ ਜੀਨ ਸੁਵਿੰਨਾ ਰਾਮ, ਇਹ ਸ਼ਬਦ ਦੁਹਰਾ ਕੇ ਦੂਸਰੀ ਵਾਰ ਆ ਰਹੇ ਨੇ। ਘੋੜੇ ਨੂੰ ਤਿਆਰ ਕਰਨ ਵਾਸਤੇ ਕਾਠੀ ਪਾਈ ਜਾਂਦੀ ਹੈ। ਪਿਛਲੀ ਵਾਰ ਦੱਸਿਆ ਸੀ ਕਿ ਜੀਨ ਕਾਹਦੀ ਕਾਠੀ ਪਾਈ ਹੈ? ਚੰਗਾ ਦੇ ਜੀਨ ਪਾਵੋਂ ਬੁਝ ਚੰਗਾ ਰਾਮ, ਜੀਨ ਪਾਈਏ ਚੰਗੇ ਦੀ। ਅਤੇ ਚੰਗਾ ਕੀ ਹੁੰਦਾ ਹੈ? ਅੱਜ ਤੱਕ ਜਿਤਨੇ ਕੁ ਪਦਾਰਥ ਅਤੇ ਵਸਤੂਆਂ ਅਸਾਂ ਦੇਖੇ ਨੇ, ਸਿਆਣੇ ਕਹਿੰਦੇ ਨੇ ਸੋਨਾ ਸਾਰਿਆਂ ਤੋਂ ਚੰਗਾ ਹੁੰਦਾ ਹੈ। ਧਰਮ ਖੇਤਰ ਵਾਲੇ ਵੀ ਸੋਨੇ ਨੂੰ ਪਵਿੱਤਰ ਮੰਨਦੇ ਨੇ। ਬੇਸ਼ੱਕ ਕਹਿਣ ਨੂੰ ਹੀਰੇ ਸੋਨੇ ਤੋਂ ਮਹਿੰਗੇ ਹੁੰਦੇ ਹੋਣਗੇ, ਪਰ ਹੀਰੇ ਨੂੰ ਲੋਕ ਪਵਿੱਤਰ ਨਹੀਂ ਕਹਿ ਪਾਏ। ਕੀਮਤੀ ਹੈ, ਕੋਈ ਦੋ ਰਾਏ ਨਹੀਂ। ਬਾਜ਼ਾਰ ਵਿੱਚ ਹੀਰੇ ਦੀ ਕੀਮਤ ਸ਼ਾਇਦ ਸੋਨੇ ਤੋਂ ਜ਼ਿਆਦਾ ਹੋਵੇ। ਹੋ ਸਕਦਾ ਕੋਈ ਹੋਰ ਧਾਤੂ ਵੀ ਅੱਜ ਵਿਗਿਆਨ ਦੇ ਸਦਕੇ ਸੋਨੇ ਤੋਂ ਵੱਧ ਕੀਮਤ ਬਾਜ਼ਾਰ ਵਿੱਚ ਰੱਖਦੀ ਹੋਵੇ, ਪਰ ਅਧਿਆਤਮਿਕ ਅਤੇ ਧਾਰਮਿਕ ਖੇਤਰ ਦੇ ਵਿੱਚ ਜਿੱਥੇ ਸੋਨੇ ਨੂੰ ਕੀਮਤੀ ਮੰਨਿਆ ਗਿਆ ਹੈ, ਉੱਥੇ ਸੋਨੇ ਨੂੰ ਪਵਿੱਤਰ ਮੰਨਿਆ ਗਿਆ ਹੈ, ਸੋਨੇ ਨੂੰ ਸੁੱਚਾ ਮੰਨਿਆ ਗਿਆ ਹੈ। ਇਸੇ ਕਰਕੇ ਤਮਾਮ ਥਾਵਾਂ 'ਤੇ ਭਗਤ ਲੋਕ ਸ਼ਰਧਾ ਦੇ ਮੁਤਾਬਕ ਆਪਣੇ ਇਸ਼ਟ ਦੇਵਾਂ ਦੇ ਅੱਗੇ ਸੋਨਾ ਭੇਟ ਕਰਦੇ ਨੇ। ਸਾਰੇ ਥਾਵਾਂ 'ਤੇ ਹੀ ਹੈ। ਸਾਡੇ ਆਪਣੇ ਘਰ ਦੇਖਿਆ ਨਾ, ਮਹਾਰਾਜਾ ਰਣਜੀਤ ਸਿੰਘ ਰਾਜਾ ਨੇ ਅਤੇ ਆਪਣੇ ਗੁਰੂ ਕੇ ਸਥਾਨਾਂ 'ਤੇ ਸੋਨਾ ਹੀ ਭੇਟ ਕਰ ਦਿੱਤਾ ਹੈ। ਸੋਨਾ ਹੀ ਚਾੜ੍ਹਤਾ, ਪੱਤਰਿਆਂ ਦੇ ਪੱਤਰੇ ਸੋਨਾ ਚਾੜ੍ਹ ਦਿੱਤਾ ਹੈ। ਥਾਂ ਪਰ ਥਾਂ ਅਲੱਗ-ਅਲੱਗ ਥਾਵਾਂ 'ਤੇ ਲੋਕ ਕਰਦੇ ਨੇ। ਭਾਵੇਂ ਗਿਆਨ ਖੰਡੀ ਅਤੇ ਤਮਾਮ ਪ੍ਰਕਾਰ ਦੀ ਟੀਕਾ ਟਿੱਪਣੀ ਕਰਦੇ ਅਤੇ ਕਰਨਗੇ, ਉਹਨਾਂ ਦਾ ਕਰਤੱਵ ਹੁੰਦਾ ਹੈ।
ਪਰ ਸੋਨੇ ਨੂੰ ਸਭ ਤੋਂ ਉੱਤਮ ਤੇ ਪਵਿੱਤਰ ਮੰਨਿਆ ਜਾਂਦਾ ਹੈ। ਅੱਜ ਕਹਿਣ ਲੱਗੇ ਕਾਠੀ ਪਾਉਣੀ ਆ ਸੋਨੇ ਦੀ, ਇਹ ਨਹੀਂ ਕਿ ਉਹਨੂੰ ਸੋਨੇ ਦਾ ਪੱਤਰ ਬਣਾਉਣਾ, ਕਿਉਂਕਿ ਅਸੀਂ ਤੇ ਅੰਦਰੂਨੀ ਪੱਖ ਸਮਝਣਾ ਹੈ। ਭਾਵ ਸਭ ਤੋਂ ਚੰਗਾ ਵੀ ਹੋਣਾ ਚਾਹੀਦਾ ਹੈ, ਪਰ ਚੰਗੇ ਦੇ ਨਾਲ ਨਾਲ ਪਵਿੱਤਰ ਵੀ ਹੋਣਾ ਚਾਹੀਦਾ। ਨਹੀਂ ਤੇ ਹੋ ਸਕਦਾ ਬਾਜ਼ਾਰ 'ਚੋਂ ਅਸੀਂ ਕੋਈ ਚੰਗੀ ਚੀਜ਼ ਲੈ ਆਏ, ਪਰ ਪਤਾ ਲੱਗਾ ਜੀ ਤੇ ਸੁੱਚੀ ਨਹੀਂ, ਪਵਿੱਤਰ ਨਹੀਂ, ਝੂਠੀ ਹੈ। ਅਸੀਂ ਕੋਈ ਮਹਿੰਗੀ ਚੰਗੀ ਚੀਜ਼ ਲੈ ਆਏ, ਪਤਾ ਲੱਗਾ ਜੀ ਸਾਡੇ ਲਈ ਤੇ ਲਾਇਕ ਹੀ ਨਹੀਂ ਹੈ। ਬਾਜ਼ਾਰ 'ਚ ਬਹੁਤ ਚੀਜ਼ਾਂ ਆਉਣਗੀਆਂ ਸੰਸਾਰ ਮੰਡਲ ਵਿੱਚ, ਜਿਹੜੀਆਂ ਚੰਗੀਆਂ ਆਉਣਗੀਆਂ, ਮਹਿੰਗੀਆਂ ਆਉਣਗੀਆਂ, ਪਰ ਸਾਡੇ ਲਈ ਨਹੀਂ ਗਈਆਂ। ਇਸ ਕਰਕੇ ਜ਼ਰੂਰੀ ਨਹੀਂ ਕਿ ਜੋ ਲੋਕਾਂ ਨੇ ਕਹਿ ਦਿੱਤਾ ਚੰਗਾ ਹੈ ਉਹ ਚੰਗਾ ਹੋਵੇਗਾ। ਅਸੀਂ ਉਹ ਲੈਣਾ ਹੈ ਜੋ ਸਭ ਤੋਂ ਉੱਤਮ ਹੈ ਸਾਡੇ ਗੁਰਦੇਵ ਦੀ ਦ੍ਰਿਸ਼ਟੀ ਦੇ ਵਿੱਚ। ਇਸ ਕਰਕੇ ਸਭ ਤੋਂ ਉੱਤਮ ਧਰਮ ਖੇਤਰ 'ਚ ਸੋਨਾ ਮੰਨਿਆ ਜਾਂਦਾ ਹੈ। ਕਿਹਾ ਵੀ ਜਾਂਦਾ ਹੈ ਕਰਤਾ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਦੀ ਇੱਕ ਝਲਕ ਜੋ ਗੁਰੂ ਮਹਾਰਾਜ ਨੇ ਇੱਕ ਥਾਂ ਦਿਖਾਈ ਹੈ। ਹਾਲਾਂਕਿ ਸਾਡੀ ਸੁਰਤ ਬਿਰਤੀ ਇਤਨੀ ਪਵਿੱਤਰ ਤੇ ਉੱਚੀ ਨਹੀਂ ਹੈ ਕਿ ਅਸੀਂ ਇਤਨਾ ਉੱਚਾ ਉੱਠ ਕੇ ਉਸ ਝਲਕ ਨੂੰ ਦੇਖ ਸਕੀਏ, ਵੇਖ ਸਕੀਏ, ਮਾਣ ਸਕੀਏ। ਸਾਡੇ ਕਿਤਾਬ ਨਹੀਂ ਹੈ, ਪਰ ਫਿਰ ਵੀ ਮਹਾਰਾਜ ਦਾ ਇੱਕ ਬਚਨ ਪੜ੍ਹਿਆ ਨਾ, ਕਰਤਾ ਪੁਰਖ ਵਾਹਿ ਦਾ ਸਰੂਪ ਕਿਹੋ ਜਿਹਾ, ਕਦੇ ਸ਼ਬਦ ਠਹਿਰ ਕੇ ਪੜ੍ਹਨਾ, ਜਿਹ ਕਹਿੰਦੇ ਨੇ ਸੋਹਣੇ ਨੱਕ ਜੇ ਲੰਮੜੇ ਵਾਲਾ, ਜਿਹ ਕਹਿੰਦੇ ਨੇ ਕਰਤੇ ਦੇ ਦੰਤ ਬੜੇ ਸੁੰਦਰ ਨੇ, ਦੰਤਰੀ ਸਾਲਾ ਏ, ਉਹਦੀ ਚਾਲ ਸੁਹਾਵੀ ਹੈ, ਮਧੁਰਾੜੀ ਬਾਣੀ ਹੈ। ਉਹਦੇ 'ਚ ਕਹਿੰਦੇ ਨਾ ਸੋਵਨ ਮਾਲਾ, ਸੋਨੇ ਵਰਗਾ ਹੈ। ਸੋਵਨ ਢਾਲਾ, ਜਿਵੇਂ ਢਲਿਆ ਹੋਇਆ ਸੋਨਾ, ਪਿਘਲਿਆ ਹੋਇਆ ਸੋਨਾ, ਸ਼ੁੱਧ ਚਮਕਦਾ ਹੋਇਆ ਲਾਵਾ, ਇਹੋ ਜਿਹਾ ਭਾਵ ਸਭ ਤੋਂ ਪਵਿੱਤਰ, ਸਭ ਤੋਂ ਸ਼ੁੱਧ। ਉਹ ਜੋ ਪਵਿੱਤਰਤਾ ਹੈ, ਜੋ ਸ਼ੁੱਧਤਾ ਹੈ, ਜੋ ਸਭ ਤੋਂ ਚੰਗਾ ਸੱਚ ਹੈ, ਉਸ ਨੂੰ ਗ੍ਰਹਿਣ ਕਰੋ ਭਾਈ। ਜੇ ਰੂਹਾਨੀ ਮੰਡਲ ਦਾ ਸਫ਼ਰ ਤੈਅ ਕਰਨਾ ਹੈ ਤੇ ਜੋ ਸਭ ਤੋਂ ਸ਼ੁੱਧ ਹੈ, ਜੋ ਸਭ ਤੋਂ ਪਵਿੱਤਰ ਹੈ, ਉਸ ਨੂੰ ਚੁਣ ਲਓ ਤੇ ਉਸ ਨੂੰ ਚੁਣ ਕੇ ਆਪਣੇ ਰੂਹਾਨੀ ਜੀਵਨ ਦਾ ਆਧਾਰ ਬਣਾ ਲਓ। ਪਵਿੱਤਰਤਾ ਦਾ ਆਸਣ ਲਗਾਓ, ਪਵਿੱਤਰ ਵਿਚਾਰਾਂ 'ਤੇ ਟਿਕਾਓ ਬਣਾਓ। ਪਵਿੱਤਰ ਵਿਚਾਰਾਂ ਦੇ ਸਦਕੇ ਅਗਲੀ ਯਾਤਰਾ ਆਰੰਭ ਕਰੋ, ਜਿਹਨੂੰ ਕਹਿਣਗੇ ਦੇਹ ਕੰਚਨ, ਸਰੀਰ ਹੀ ਸੋਨੇ ਦਾ ਹੋ ਜਾਏ, ਸਰੀਰ ਪਵਿੱਤਰ ਹੋ ਜਾਏ, ਇਹ ਕਾਇਆ ਪਵਿੱਤਰ ਹੋ ਜਾਏ। ਤੇ ਕਾਇਆ ਪਵਿੱਤਰ ਕਦੋਂ ਹੁੰਦੀ ਹੈ? ਜਦੋਂ ਅਸੀਂ ਸਿਮਰਨ ਕਰਦੇ ਹਾਂ, ਜਪ ਕਰਦੇ ਹਾਂ, ਗੁਰੂ ਕੀ ਸੇਵਾ 'ਚ ਜੁਟਦੇ ਹਾਂ। ਜੀਨ ਸਵਿੰਨਾ ਰਾਮ, ਇਸ ਸਰੀਰ 'ਤੇ ਭਾਵ ਅੰਦਰੂਨੀ ਸੂਖਸ਼ਮਤਾ 'ਤੇ ਜੋ ਕਾਠੀ ਪਾਵਣੀ, ਜੀਨ ਪਾਵਣੀ ਹੈ, ਉਹ ਪਵਿੱਤਰਤਾ ਦੀ, ਅਧਿਆਤਮਿਕਤਾ ਦੀ ਯਾਤਰਾ ਪਵਿੱਤਰਤਾ 'ਤੇ ਹੈ। ਜੇ ਪਵਿੱਤਰਤਾ ਨਾ ਹੋਵੇ ਤੇ ਅਧਿਆਤਮਿਕਤਾ ਦੀ ਯਾਤਰਾ ਨਹੀਂ ਹੁੰਦੀ। ਸੁੱਚ ਹੋਵੇ ਤਾਂ ਸੱਚ ਪਾਈ ਹੈ। ਅਸੀਂ ਸੁੱਚ ਦਾ ਬਾਹਰਲਾ ਦਰਸ਼ਨ ਤੇ ਦੇਖਦੇ ਹਾਂ, ਇਸ਼ਨਾਨ ਪਾਨ ਕੀਤਾ, ਚੰਗੇ ਕੱਪੜੇ ਪਾ ਲਏ, ਹੱਥ ਸੁੱਚੇ ਕਰ ਲਏ, ਇਹ ਅਸੀਂ ਬਾਹਰੋਂ ਕਰਦੇ ਦੇਖਦੇ ਹਾਂ ਨਾ, ਬਾਰ-ਬਾਰ ਲੋਕਾਂ ਨੂੰ ਹੱਥ ਧੋਂਦਿਆਂ ਦੇਖਦੇ ਹਾਂ। ਇੱਥੇ ਗਏ ਤਾਂ ਹੱਥ ਸੁੱਚੇ, ਉੱਥੇ ਗਿਆ ਤਾਂ ਹੱਥ ਧੋਤੇ। ਠੀਕ ਹੈ, ਇਹ ਬਾਹਰੋਂ ਹੋਏਗਾ, ਪਰ ਬਹੁਤੀ ਵਾਰ ਅਸਾਂ ਵੇਖਿਆ ਖਬਤ ਤੱਕ ਲੋਕਾਂ ਦੇ ਪਹੁੰਚ ਗਿਆ। ਪਰ ਨਹੀਂ, ਮਹਾਰਾਜ ਕਹਿਣ ਲੱਗੇ ਨਹੀਂ, ਅੰਦਰ ਦੀ ਸੁਚਮਤਾ ਲੈ ਲਓ, ਫਿਰ ਸੋਨਾ ਹੋ ਗਿਆ, ਪਵਿੱਤਰਤਾ ਹੋ ਗਈ। ਤੇ ਲੋਕਾਂ ਨੂੰ ਵੇਖਿਆ ਨਾ, ਲੋਕਾਂ ਨੇ ਸੋਨੇ ਦੇ ਵਿੱਚ ਰਤਨ ਜੜੇ ਹੁੰਦੇ ਨੇ, ਆ ਸੋਨੇ ਦੇ ਗਹਿਣੇ ਬਣਾਉਂਦੇ ਲੋਕ, ਉਹਦੇ ਵਿੱਚ ਕੋਈ ਮੋਤੀ ਲਾ ਦਿੰਦਾ ਹੈ, ਕੋਈ ਹੀਰੇ ਲਾ ਦਿੰਦਾ ਹੈ, ਕੋਈ ਮੂੰਗਾ ਪੰਨਾ, ਜੋ ਕਿਸੇ ਨੂੰ ਸਮਝ ਆਉਂਦਾ ਜਾਂ ਜੋ ਕਿਸੇ ਦੀ ਕੀਮਤ ਮੁਤਾਬਕ ਪਕੜ ਵਿੱਚ ਆਉਂਦਾ ਹੈ। ਮਹਾਰਾਜ ਕਹਿਣ ਲੱਗੇ ਅੰਦਰਲੇ ਨੂੰ ਸ਼ੁੱਧ ਤੇ ਪਵਿੱਤਰ ਕਰ ਲਿਆ ਏ, ਤੇ ਹੁਣ ਇੱਥੇ ਰਤਨ ਵੀ ਜੜਨੇ ਚਾਹੀਦਾ ਨਾ, ਹੀਰੇ ਲਾਓ। ਜੜ ਹਰ ਹਰ ਨਾਮ ਰਤਨਾ ਰਾਮ, ਜਿਵੇਂ ਸੋਨੇ ਦਾ ਗਹਿਣਾ ਤੇ ਬਣਾ ਲਿਆ, ਤੇ ਕੋਈ ਨਾ ਕੋਈ ਨਗ ਤੇ ਲਗਾਓਗੇ ਨਾ। ਇਹ ਤੇ ਹੈ ਨਹੀਂ ਕਿ ਸੋਨੇ ਦੀ ਅਸੀਂ ਗਲ 'ਚ ਪਾਵਾਂਗੇ ਕੈਂਠਾ, ਤੇ ਕੁਝ ਨਾ ਕੋਈ ਜੇ 4 ਪੈਸੇ ਵੱਧ ਨੇ, ਕੋਈ ਸਮਰੱਥਾ ਹੈ ਤੇ ਕੋਈ ਨਗ ਵੀ ਲਗਾਓਗੇ। ਅੰਗੂਠੀਆਂ 'ਤੇ ਲੋਕ ਨਗ ਲਗਾਉਂਦੇ ਨੇ, ਭਾਵੇਂ ਸਮਾਜਿਕਤਾ ਹੈ, ਪਰ ਮਹਾਰਾਜ ਕਹਿਣ ਲੱਗੇ ਆਪਣੇ ਅੰਦਰ ਨੂੰ ਇੰਨਾ ਸ਼ੁੱਧ ਕਰ ਲਓ ਸੋਨੇ ਵਰਗਾ, ਤੇ ਉਹਦੇ 'ਤੇ ਰਤਨ ਜੜੋ, ਨਗ ਜੜੋ। ਮਹਾਰਾਜ ਨਗ ਕਿਹੜੇ ਜੜੀਏ? ਕਹਿਣ ਲੱਗੇ ਵਾਹਿਗੁਰੂ ਜੀ ਦੇ ਨਾਮ ਦਾ ਨਗ ਜੜ ਲਓ। ਦੁਨੀਆ ਦੇ ਲੋਕ ਤੇ ਬਾਜ਼ਾਰ 'ਚੋਂ ਹੀਰਾ ਲੈ ਕੇ ਆਉਂਦੇ ਨੇ, ਹੀਰੇ ਦੀਆਂ ਕਣੀਆਂ ਲੈ ਕੇ ਆਉਂਦੇ ਨੇ, ਉਹ ਤਾਂ ਨਕਲੀ ਅਸਲੀ ਹੋਣਗੇ ਨਾ, ਉੱਤੇ ਭੁਲੇਖਾ ਜਾ ਰਹਿੰਦਾ ਹੈ, ਪਤਾ ਨਹੀਂ ਨਕਲੀ ਨਾ ਹੋਵੇ। ਤੇ ਇਸ ਕਰਕੇ ਭਾਈ ਉਹਨਾਂ ਦੇ ਚੱਕਰਾਂ 'ਚ ਨਾ ਰਹੋ, ਤੇ ਆਪਣੇ ਮੱਤ ਵਿੱਚ
ਰਤਨ ਜਵਾਹਰ ਮਾਣਕ। ਜੇ ਗੁਰੂ ਕੀ ਇੱਕ ਸਿੱਖ ਸੁਣੀ ਹੁੰਦਾ ਹੈ ਨਾ, ਤੇ ਇੰਜ ਆਪਣੇ ਅੰਦਰ ਜੋ ਪਵਿੱਤਰਤਾ ਦਾ ਮੁਕਾਮ ਬਣਾਇਆ ਜੇ ਨਾ, ਜੋ ਪਵਿੱਤਰਤਾ ਦੀ ਝਾਲ ਆਪਣੇ ਅੰਦਰ ਫੇਰੀ ਜੇ ਨਾ, ਉੱਥੇ ਵਾਹਿਗੁਰੂ ਜੀ ਦੇ ਨਾਮ ਦਾ ਰਤਨ ਜੜ ਦਿਓ। ਜੜ ਹਰ ਹਰ ਨਾਮ, ਉੱਥੇ ਜੜ ਦੇ ਟਿਕਾ ਦੇ ਵਾਹਿਗੁਰੂ ਜੀ ਦੇ ਨਾਮ ਨੂੰ ਰਤਨਾ, ਤੇ ਚੇਤਨਾ ਵਾਹਿਗੁਰੂ ਜੀ ਦਾ ਨਾਮ ਹੀ ਸਰਬ ਤੋਂ ਉੱਤਮ ਰਤਨ ਹੈ। ਅਸੀਂ ਬਚਨ ਪੜ੍ਹੇ ਨੇ ਨਾ, ਜਦੋਂ ਗੁਰੂ ਦੇ ਕੋਲ ਜਾਣੇ ਸਮਝਦੇ ਗੁਰੂ ਸਾਗਰ ਸਾਗਰੋ, ਤੇ ਗੁਰੂ ਸਾਗਰ ਜਿਹੜਾ ਹੈ ਇਹ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਇਹ ਕਿੱਦਾਂ ਮਿਲਦਾ ਜੀ? ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਭਾਈ ਗੁਰਬਾਣੀ ਨਾਲ ਜੁੜਾਂਗੇ ਤੇ ਰਤਨਾਂ ਦੀ ਸਮਝ ਆਏਗੀ। ਅੰਦਰ ਪਵਿੱਤਰਤਾ ਪ੍ਰਾਪਤ ਕਰੋ ਤੇ ਪਵਿੱਤਰਤਾ ਦੇ ਉੱਤੇ ਵਾਹਿਗੁਰੂ ਜੀ ਦੇ ਨਾਮ ਨੂੰ ਜੜ ਦਿਓ। ਬਿਨਾਂ ਪਵਿੱਤਰਤਾ ਤੋਂ ਵਾਹਿਗੁਰੂ ਜੀ ਦਾ ਨਾਮ ਨਹੀਂ ਟਿਕ ਸਕਦਾ। ਇਸ ਭੁਲੇਖੇ 'ਚ ਨਾ ਕੋਈ ਰਹੇ ਕਿ ਚਿੱਤ ਮੈਲਾ ਹੋਵੇ, ਨਿੰਦਾ ਈਰਖਾ ਚੁਗਲੀ ਦੁਐਸ਼ ਤਮਾਮ ਪ੍ਰਕਾਰ ਦੇ ਜੋ ਸਾਡੀਆਂ ਬੁਰਾਈਆਂ ਨੇ ਉਹਨਾਂ ਨਾਲ ਚਿੱਤ ਮੈਲਾ ਹੋਵੇ ਤੇ ਉਤੋਂ ਮੈਂ ਕਹਾਂ ਨਹੀਂ ਜੀ ਮੈਂ ਤੇ ਨਾਮ ਲੈਣਾ, ਇਸ ਤਰ੍ਹਾਂ ਨਹੀਂ ਮਿਲਣਾ। ਨਾਮ ਦੀ ਪ੍ਰਾਪਤੀ ਵਾਸਤੇ ਚਿੱਤ ਦਾ ਸ਼ੁੱਧ ਹੋਣਾ, ਤੇ ਕਿਤਨਾ ਸ਼ੁੱਧ? ਸੋਨੇ ਵਰਗਾ। ਸਭ ਤੋਂ ਪਵਿੱਤਰ ਸੀ ਸੋਨਾ ਕਹਿੰਦੇ ਆ। ਚਿੱਤ ਇਤਨਾ ਸ਼ੁੱਧ ਪੈਮਾਨਾ ਹੈ ਸੋਨੇ ਵਰਗਾ। ਜਿਵੇਂ ਸੰਸਾਰ 'ਚ ਹੈ ਨਾ, ਕਿਤਨੇ ਫੀਸਦੀ ਨੰਬਰ ਚਾਹੀਦੇ ਬੱਚੇ ਨੂੰ? ਆਖੇ ਜੀ 100% ਚਾਹੀਦੀ। ਆ ਕੁਝ ਯੂਨੀਵਰਸਿਟੀਆਂ ਹੈ ਨਾ ਕਿ ਦਾਖਲਾ ਲੈਣਾ ਹੈ ਤੇ ਬੱਚੇ ਦਾ ਕੱਟ ਆਫ ਕਿਤਨਾ ਹੈ ਜੀ? 100%, 100%। ਥਰੜੇ ਬੱਚੇ ਦੀ ਪੁੱਛਦੀ ਪੁੱਛ ਪੜਤਾਲ ਹੀ ਕੋਈ ਨਹੀਂ, ਬਸ ਜਿਹਦੇ 100 ਚੋਂ 100 ਨੰਬਰ ਆਏ ਨੇ ਉਹਨੂੰ ਦਾਖਲਾ ਮਿਲੇਗਾ। ਤੇ ਚੇਤਾ ਰੱਖਣਾ, ਫਿਰ ਉਹਨਾਂ ਯੂਨੀਵਰਸਿਟੀਆਂ 'ਚੋਂ ਬੱਚੇ ਜੋ ਪੜ੍ਹ ਕੇ ਨਿਕਲਦੇ ਨੇ ਫਿਰ ਸ਼ਾਈਨ ਹੁੰਦੇ ਨਾ, ਕਿਉਂਕਿ ਦਾਖਲਾ ਹੀ 100 ਵਾਲੇ ਨੂੰ ਮਿਲੇ ਆ। ਇਸੇ ਤਰ੍ਹਾਂ ਗੁਰੂ ਨਾਨਕ ਦੀ ਯੂਨੀਵਰਸਿਟੀ ਵਿੱਚ ਵੀ ਦਾਖਲਾ 100 ਵਾਲੇ ਨੂੰ ਮਿਲਦਾ ਜੇ। ਇੱਥੇ ਸ਼ੁੱਧਤਾ ਪੂਰੀ ਕਰਨੀ ਪੈਂਦੀ ਹੈ, ਕਰਨੀ ਹੀ ਪੈਣੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਸਾਨੂੰ ਆਰੰਭ ਹੀ ਕਰਦੇ ਨੇ, ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ। ਇੱਥੇ ਕਰਮਾਂ ਧਰਮਾਂ ਦੀ ਵਿਆਖਿਆਵਾਂ ਨਹੀਂ ਗਈਆਂ ਵੀ ਆਹ ਕਰਮ ਕਰ ਲਓ ਜੀ, ਫੁੱਲ ਲੈ ਕੇ ਆਓ ਜੀ, ਨਾ ਨਾ। ਇੱਥੇ ਇੱਕੋ ਗੱਲ ਹੈ ਭਾਈ, ਦਿਲ ਸਾਫ ਸੁਥਰਾ ਲੈ ਕੇ ਆਓ, ਦਿਲ ਸੱਚਾ ਲੈ ਕੇ ਆਓ, ਸੁੱਚਾ ਲੈ ਕੇ ਆਓ। ਪਾਤਸ਼ਾਹ ਦਸ਼ਮੇਸ਼ ਦੇ ਹਜ਼ੂਰ ਇੱਕ ਸਾਧੂ ਨੇ ਮਹਾਰਾਜ ਦੇ ਬਾਗ 'ਚੋਂ ਫੁੱਲ ਤੋੜ ਕੇ ਭੇਟਾ ਰੱਖ ਦਿੱਤੇ। ਮਹਾਰਾਜ ਕਹਿਣ ਲੱਗੇ ਬਾਬਾ ਇਹ ਫੁੱਲ ਕਾਹਨੂੰ ਤੋੜੇ? ਵਾਹਵਾ ਸੋਹਣੇ ਖਿੜੇ ਸੀ, ਨਾਲੇ ਜਿਸ ਨੇ ਮਿਹਨਤ ਕਰਕੇ ਪਾਲੇ ਨੇ ਉਸਨੇ ਆਪਣੇ ਕਿਸੇ ਮਕਸਦ ਲਈ ਪਾਲੇ ਹੋਣਗੇ ਨਾ। ਆਪਣੇ ਆਪਣੇ ਬਗੀਚਿਆਂ 'ਚ ਨਿੱਕੇ ਨਿੱਕੇ ਸੀ ਫੁੱਲ ਆਏ ਹੁੰਦੇ ਨੇ, ਅਤੇ ਆਪਣੇ ਆਪਣਾ ਸਾਡਾ ਕੋਈ ਮਕਸਦ ਚੰਗੇ ਲੱਗਣਗੇ, ਕੁਛ ਨਾ ਕੁਛ ਧਿਆਨ ਹੁੰਦਾ। ਕਹਿਣ ਲੱਗੇ ਜਿਸ ਨੇ ਫੁੱਲ ਪਾਲੇ ਨੇ ਉਹਦਾ ਕੋਈ ਖਿਆਲ ਹੋਏਗਾ ਨਾ। ਤੁਸੀਂ ਚੋਰੀ ਫੁੱਲ ਤੋੜ ਕੇ ਲਿਆਇਓ, ਇੱਕ ਤਾਂ ਉਹਦਾ ਖਿਆਲ ਤੋੜਿਆ ਜੇ, ਉਹਦੀ ਮਿਹਨਤ ਨੂੰ ਤੋੜਿਆ ਜੇ, ਅਤੇ ਨਾਲੇ ਤੁਸੀਂ ਚੋਰੀ ਕੀਤੀ ਜੇ। ਕਹਿਣ ਲੱਗਾ ਜੇ ਗੁਰੂਆਂ ਦੀ ਸੰਗਤ ਵਿੱਚ ਆਈਏ ਤਾਂ ਖਾਲੀ ਹੱਥ ਨਹੀਂ ਆਉਣਾ ਚਾਹੀਦਾ। ਮਹਾਰਾਜ ਕਹਿਣ ਲੱਗੇ ਨਹੀਂ, ਹੱਥ ਵਿੱਚ ਕੁਛ ਹੋਵੇ ਅਤੇ ਭਾਵੇਂ ਕੁਝ ਨਾ ਹੋਵੇ, ਦਿਲ ਖਾਲੀ ਅਤੇ ਮੈਲਾ ਨਹੀਂ ਹੋਣਾ ਚਾਹੀਦਾ। ਦਿਲ ਮੈਲਾ ਨਹੀਂ ਹੋਣਾ ਚਾਹੀਦਾ। ਇੱਥੇ ਆਉਣ ਵਾਸਤੇ ਜ਼ਰੂਰਤ ਹੈ ਸਾਨੂੰ ਪਵਿੱਤਰਤਾ ਦੀ, ਸੁਚਮਤਾ ਦੀ, ਜਿਤਨੇ ਕੁ ਸਾਡੇ ਤੋਂ ਹੋ ਸਕਦੀ ਹੈ। ਇਸੇ ਕਰਕੇ ਸਾਡੇ ਦਾਨੇ ਕੀ ਕਹਿੰਦੇ ਨੇ ਭਾਈ, ਕੱਪੜੇ ਅਮੀਰੀ ਦੀ ਦਿਖਾਵਾ ਨਹੀਂ, ਧੋਤੇ ਹੋਣ, ਮੈਲ ਰਹਿਤ ਹੋਵੇ। ਬਸ ਸਾਡੇ ਵਡੇਰਿਆਂ ਦੀ ਕੋਈ ਸ਼ਰਤ ਹੈ ਸਾਫ ਸੁਥਰੇ ਹੋਣ। ਇਹ ਨਾ ਕਿ ਦੁਨੀਆ ਦਾ ਬਾਹਰ ਮਿੱਟੀ ਘੱਟਾ ਲੱਗਾ ਹੋਵੇ ਉਹ ਲੈ ਕੇ ਆ ਜਾਓ, ਨਹੀਂ। ਸਾਫ ਸੁਥਰੇ ਧੋਤੇ ਕੱਪੜੇ ਹੋਣ, ਹਲਕੇ ਪੱਧਰ ਦੇ ਹੋਣ, ਸਸਤੇ ਹੋਣ, ਕੋਈ ਫਰਕ ਨਹੀਂ ਪੈਂਦਾ। ਇੱਕ ਬਚਨ ਸੀ ਪੜ੍ਹਿਆ ਨਾ, ਭਗਤ ਜਨਾ ਕਾ ਲੂਗਰਾ ਓਢ ਨਗਨ ਨਾ ਹੋਈ, ਸਾਕਤ ਸਿਰ ਪਾਉ ਰੇਸ਼ਮੀ ਪਹਿਰਤ ਪੱਤ ਖੋਈ। ਭਾਵੇਂ ਕਿਸੇ ਨੇ ਰੇਸ਼ਮੀ ਪੱਟ ਪਾਏ ਹੋਣ ਪਰ ਹਿਰਦਾ ਮੈਲਾ ਹੋਵੇ ਤੇ ਕੋਈ ਗੁਰੂ ਨਾਨਕ ਦੇ ਦਰ 'ਤੇ ਕੀਮਤ ਨਹੀਂ ਜੇ ਪੈਣੀ। ਪਰ ਕਿਸੇ ਦਾ ਹਿਰਦਾ ਬੜਾ ਪਵਿੱਤਰ ਹੈ ਅਤੇ ਉਹਨੇ ਜੋ ਬੁੱਕਲ ਮਾਰੀ ਹੈ, ਭਾਵੇਂ ਉਹ ਕੱਪੜਾ ਪਾਟਾ ਹੀ ਕਿਉਂ ਨਾ, ਕੋਈ ਫਰਕ ਨਹੀਂ ਪੈਂਦਾ। ਮਹਾਰਾਜ ਦਾ ਬਚਨ ਤੁਸੀਂ ਪੜ੍ਹਿਆ ਅਤੇ ਸੁਣਿਆ ਵੀ ਹੈ ਨਾ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਅੰਦਰ ਰੇਸ਼ਮ ਵਾਂਗ ਕੂੜਾ ਹੋਣਾ ਚਾਹੀਦਾ ਹੈ, ਨਿਰਮਲ ਹੋਣਾ ਚਾਹੀਦਾ ਹੈ। ਮਹਾਰਾਜ ਕਹਿਣ ਲੱਗੇ ਬਸ ਇਹਨੂੰ ਖਿਆਲ ਰੱਖੋ, ਸੋਨੇ ਵਰਗੀ ਪਵਿੱਤਰਤਾ ਜੇ ਤੁਸਾਂ ਅਧਿਆਤਮਿਕ ਜੀਵਨ ਦੀ ਯਾਤਰਾ ਕਰਕੇ ਆਪਣੇ ਗੁਰੂ ਦੇ ਦਰ ਤੱਕ ਪਹੁੰਚ ਬਣਾਉਣੀ ਆ ਨਾ, ਜੋ ਪਹੁੰਚ ਸਾਡੇ ਸਰੀਰ ਛੱਡ ਜਾਣ ਤੋਂ ਬਾਅਦ ਸਾਡੇ ਪਰਿਵਾਰ ਦੇ ਜੀ ਇੱਥੇ ਮੱਥਾ ਟੇਕ ਇਕੱਠੇ ਹੋ ਕੇ ਕਹਿੰਦਾ ਨਾ, ਇਹ ਸੱਚੇ ਪਾਤਸ਼ਾਹ
इस जी नूं अपने चरणों 'च थां देना। ਆਪਾਂ ਸਾਰੇ ਕਹਿੰਦੇ ना अपने प्रेमियां ਲਈ भी इन्हां नूं अपने चरणों 'ਚ थां दे दिया जे, आवागमन के गेड़ तो मुक्त भी कर दिया जे। तो दो गल्लां अपने लिए असीं क्यों नहीं करते, बाकियां लिए क्यों छड्ड देने आ। बाकी आपां अपने सारे घर के काम खुद भुगतान करने की कोशिश करते कि मैं जिउंदे जिउंदे जी अपने आ भी काम मेरी रिस्पोंसिबिलिटी है, मेरी आ भी जिम्मेदारी है, मैं बच्चे पढ़ाने हाँ जी, बच्चे विआहने हाँ जी, उससे समान इंतजाम कर दिओ, मैं अपनी जिम्मेदारी निभा जावा। वो भाई ये तो निभ गईयां, पर अपनी जिम्मेदारी कौन निभाएगा। असीं कह लो साडे फुल तार आउणगे, वो ना भाई वो ना पता नहीं बनेगा कि नहीं। अपना जिम्मेदारी भी निभाओ, अपना हथी अपना आपे ही काज सवारी है। अपने बारे भी सोचो भी सच्चे सुच्चे हो जाओ, नाम जप लो ताकि गुरु करते के दर तक पहुँच हो सके, किसी नूं कहना ही ना पए। इस करके महाराज कहन लगे शरीर नूं एक घोड़ी दी नहीं वरत, सच दी काठी ते पा ते सच भी पवित्र सोने वर्गा होवे, उत्ते नाम दा रतन जड़िया होवे। जड़ नाम रतन जिन्हां ने इस सच दी झाल फेर लई चित्त विच, जिन्हां ने नाम दा रतन जड़ लिया, बाबा फिर की मिलेगा। मान लिया किसी दा हिरदा पूरा सोने वर्गा पवित्र शुद्ध हो गया, जिसने वाहिगुरु जी के नाम नूं जड़ लिया, हुण हिरदा निर्मल है, पूर्ण तौर पर शुद्ध है, तो जपदा है वाहिगुरु वाहिगुरु वाहिगुरु। बाबा नूं की मिलेगा फिर। महाराज कहने लगे गोबिंद पाया, उन्हां जियां नूं गोबिंद आप आके मिलते हैं, उन्हां जियां नूं ही गोबिंद मिलते हैं। याद रखना गोबिंद जी वाहिगुरु जी दुनिया के किसी ज्ञान ध्यान ते किसी कर्म धर्म ते नहीं रीझते। तो सानू पता ना असां सुनिया, सानू दसिया गोबिंद भाओ भगत का भुखा। गोबिंद वास्ते दुनिया भर के पदार्थ बना के रख दो, की फर्क पैंदा। और असां बड़ा सुंदर दर्शन पावन बाणी पढ़िया ना, भावें एक पुराना रूपक ही है, जिन्होंने लोग कहते ने वो द्वापर का रूपक है कि एक राजे ने बहुत सुंदर पकवान बनाए, तो पकवान बना के वक्ती अवतार ने बुलाया। कृष्ण जी वक्ती अवतार ने, दुर्योधन राजा है, बड़े कीमती शाही ठाठ पूड़ियाँ इंतजामात किए भगवान वास्ते होना बई। पर जदों तुरे तो रस्ते में ही एक होर गरीबड़े का घर है, वो भी मिल गया। उन्हें कहा महाराज बड़े प्रेम दे नाल आ जाओ, बह जाओ ना, कुछ पल बख्शिश कर दिओ। बैठ गए, परमात्मा का भजन सिमरन होने लग पिया। बैठे बैठे समा गुजर गया, वक्त आ गया प्रशादे का। हुण घर उन्हें बनाया ही कुछ नहीं, हुण बनाया की है, साग उबलने धरिया है, भगती विच इन्ने लीन हो गए ने दोवें, कुछ लूण पाउणा ही भुल गए। प्रशादे लंगर का वक्त होया, उन्हें अलूणा उबलिया होया साग ही कटोरे च पा के अगे धर दिता है। उन्हें बड़े आनंद नाल प्रेम नाल छक लिया। बाद विच जदों उलामा मिलिया भी महाराज तुसीं साडे नहीं आए, साडे ते बड़े वधिया पदार्थ खीर भोजन बने सी। अगों कहण लगे राजन कौन तुम्हारे आवे, ऐसो भाव बिदर को देखियो वो गरीब मुँह पावै। भाई गुरदास साहब नूं कहना पिया दुनिया के लोगों, ये गोबिंद खीर पूड़ियां दा भुखा नहीं जे, ये गुरु करता दुनिया के दिखाव्यां दी खीर पूड़ियां नहीं जे मंगदे, ये प्रीत दा भोजन मंगदे ने। असीं वेखिए गुरु नानक पातशाह कित्थे बैठदे ने, जिथे भाई लालो जी दे कोल प्रीत है, प्रेम है, मेहनत है, मशक्कत है, सोने वर्गा शुद्धता है। भावें उहदे कोल बहुत वधिया मंजे बिस्तरे नहीं होणगे। अज तक दी साखियां वाले यही दसिया ना कि भाई लालो जी के घर कोई बहुत वधिया मंजे बिस्तरे पलंग गदेले नहीं गे। भाई लालो के घर तो रोटी मसां पकदी है, वो भी कणक आटा चावल नहीं मिलता, कोदरे की रोटी मसां पकदी है। पर नानक जी बड़े प्रीत न छकते हैं, लमेरा समा छकते हैं। शायद जितना समा भाई लालो जी दे को जाके पातशाह जी रहिंदे ने, होर किसी को इतना समा नहीं टिके। और कई कई दिन हफ्ते बद्धे महाराज उन्होंने सेवावां लेंदे। दूजे पासे उसे मुहल्ले च उसे शहर च मलक भागो जी हुणी अपने वड्डे पदार्थ बना के बैठे ने। जरूरत नहीं है ना चीज़ों की, जरूरत है निर्मल प्रेम की। महाराज कहन लगे जड़ नाम रतन गोबिंद पाया, जिसने भी नाम रतन जड़ लिया अपने अंदर,
ਉਸ ਨੂੰ ਗੋਬਿੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹਾਰਾਜ ਅੱਛਾ, ਗੋਬਿੰਦ ਪ੍ਰਾਪਤ ਹੋ ਜਾਂਦੇ ਨੇ, ਹਰ ਮਿਲੇ ਉਹਨਾਂ ਨੂੰ ਵਾਹਿਗੁਰੂ ਮਿਲ ਜਾਂਦੇ ਨੇ। ਜੜ ਨਾਮ ਰਤਨ ਗੋਬਿੰਦ ਪਾਇਆ, ਹਰ ਮਿਲੇ ਹਰ ਗੁਣ ਸੁਖ ਘਣੇ। ਅਤੇ ਵਾਹਿਗੁਰੂ ਜੀ ਨੂੰ ਮਿਲ ਪੈਣ ਨੂੰ ਕੀ ਮਿਲੇਗਾ ਭਾਈ? ਉਹਨੂੰ ਹੋਰ ਕੋਈ ਬਾਕੀ ਰਹਿ ਗਿਆ? ਦੁਨੀਆ ਭਰ ਦੇ ਸੁੱਖ ਵੀ ਪਿੱਛੇ ਰਹਿ ਗਏ ਜਿਸ ਨੂੰ ਨਾਮ ਮਿਲ ਗਿਆ। ਕਹਿੰਦੇ ਨੇ ਹਰ ਗੁਣ ਸੁਖ ਘਣੇ, ਅਤੇ ਪ੍ਰਭੂ ਜੀ ਦੀ ਬਖਸ਼ਿਸ਼ ਦੇ ਵਿੱਚ ਸੁਖ ਹੀ ਸੁਖ ਹੈ। ਆਪ ਪਾਵਨ ਬਾਣੀ ਅਤੇ ਕੀਰਤਨ ਕਰਨ ਵਾਲੇ ਕਿਵੇਂ ਦੱਸਦੇ ਨਾ, ਨਾਮ ਜਪਦਿਆਂ ਹੀ ਸੁੱਖ ਮਿਲਦਾ। ਦੁਨੀਆ ਦੇ ਹੋਰ ਪਦਾਰਥ ਇਕੱਠੇ ਕਰ ਵੀ ਲਏ ਪਰ ਸੁੱਖ ਨਹੀਂ। ਨਾਮ ਜਪਤ ਸੁਖ ਪਾਇਆ ਰਾਮ। ਕਹਿੰਦੇ ਜਿਉਂ-ਜਿਉਂ ਨਾਮ ਜਪਦੇ ਗਏ ਤਿਉਂ-ਤਿਉਂ ਸੁਖੀ ਹੁੰਦੇ ਗਏ। ਅਸੀਂ ਤੁਸੀਂ ਵੇਖਿਆ ਹੋਣਾ ਆਪਣੇ ਆਪ ਨੂੰ, ਬਾਹਰੋਂ ਕਿਸੇ ਕਾਰ ਵਿਹਾਰ 'ਤੇ ਕੰਮ 'ਤੇ ਗਏ, ਸਵੇਰ ਦੇ ਗਏ, ਦੁਪਹਿਰ ਹੋ ਗਈ, ਟੋਡਾ ਵੇਲਾ ਹੋ ਗਿਆ, ਅਸੀਂ ਘਰ ਆਉਂਦੇ ਕੀ ਨੇ ਥੱਕ ਗਏ ਹਾਂ ਭਾਈ। ਇੱਥੇ ਵੇਖਿਆ ਨਾ, ਅਸੀਂ ਕਥਾ ਕੀਰਤਨ ਕਰਦੇ ਹਾਂ, ਘੰਟਾ ਬਹਿ ਕੇ ਆਪ ਕਥਾ ਕੀਰਤਨ ਸੁਣਦੇ ਹੋ ਅਤੇ ਉੱਠਦੇ ਕੀ ਥੱਕ ਗਏ ਹਾਂ, ਆਰਾਮ ਚਾਹੀਦਾ। ਗੁਰਦੁਆਰਿਓਂ ਆਏ ਹਾਂ, ਕਥਾ ਕਰਕੇ ਕੀਰਤਨ ਕਰਕੇ ਆਏ ਹਾਂ, ਥੋੜ੍ਹਾ ਆਰਾਮ ਚਾਹੀਦਾ। ਕੋਈ ਕਹਿੰਦਾ ਜੀ ਵੀ ਅਸੀਂ ਇੱਥੇ 2-3 ਘੰਟੇ ਕੀਰਤਨ ਸੁਣਿਆ, ਹੁਣ ਨਾ ਘੰਟਾ ਆਰਾਮ ਕਰਨਾ ਹੈ। ਅਸੀਂ ਤਾਂ ਕੀਰਤਨ ਸੁਣ ਕੇ ਥੱਕ ਜਾਂਦੇ ਹਾਂ, ਅਸੀਂ ਕਥਾ ਕਰਕੇ ਥੱਕ ਜਾਂਦੇ ਹਾਂ। ਪਰ ਭਗਤ ਕੀ ਕਰਦੇ ਨੇ? ਉਹ ਇਹਦੇ ਵਿੱਚ ਹੀ ਵਿਸ਼ਰਾਮ ਕਰ ਲੈਂਦੇ ਨੇ। ਮੈਂ ਨਹੀਂ ਕਹਿ ਸਕਦਾ ਨਾ, ਮੇਰੀ ਤਾਬ ਇਤਨੀ ਵੱਡੀ ਨਹੀਂ, ਪਰ ਸਾਂ ਵੇਖਿਆ ਭਾਈ ਸਾਹਿਬ ਜੀ ਨੂੰ ਦੁਨਿਆਵੀ ਤੌਰ 'ਤੇ ਕਈ ਵਾਰ ਬੁਖਾਰ ਚੜ੍ਹਿਆ ਹੋਣਾ, ਕੋਲ ਬੈਠੇ ਡਾਕਟਰ ਨੇ ਕਹਿਣਾ ਨਹੀਂ ਨਹੀਂ ਅੱਜ ਤੁਹਾਨੂੰ ਤੁਰਨਾ ਵੀ ਲਾਊਡ ਨਹੀਂ ਹੈ, ਅੱਜ ਅਸੀਂ ਤੁਹਾਨੂੰ 2 ਕਦਮ ਨਹੀਂ ਤੁਰਨ ਦੇਣਾ, ਨਾ ਬੋਲੋ। ਅਤੇ ਪਤਾ ਲੱਗਾ 2-2.5 ਘੰਟੇ ਕੀਰਤਨ ਕਰ ਲੈਣਾ, ਔਰ ਕੀਰਤਨ ਸੁਣਦੇ ਐਸਾ ਲੱਗਣਾ ਹੀ ਨਹੀਂ ਕਿ ਤਬੀਅਤ ਖਰਾਬ ਹੈ। ਕਈ ਵਾਰ ਤਾਂ ਵੇਖਿਆ ਬਾਅਦ 'ਚ ਬੁਖਾਰ ਉਤਰਿਆ ਆਉਣਾ। ਵਿਸ਼ਰਾਮ, ਸ਼ਾਂਤ, ਠੰਡਾ ਚਿੱਤ। ਪਤਾ ਕਿਉਂ? ਬੜਾ ਪਿਆਰਾ ਬਚਨ ਹੈ ਭਗਤ ਕਬੀਰ ਸਾਹਿਬ ਦਾ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਇੱਥੇ ਵਿਸ਼ਰਾਮ ਮਿਲ ਜਾਂਦਾ ਹੈ, ਭਗਤੀ ਦੇ ਸਦਕੇ ਟਿਕਾਓ ਮਿਲਦਾ ਹੈ। ਕਹਿਣ ਲੱਗੇ ਇੱਥੇ ਸੁੱਖ ਹੈ। ਬਾਬਾ ਕਿੱਦਾਂ ਪਾਈਦਾ ਹੈ? ਇਹ ਨਾਮ ਰਤਨ ਕਿੱਦਾਂ ਮਿਲਦਾ ਹੈ? ਸੋਨੇ ਵਰਗੀ ਸ਼ੁੱਧਤਾ ਕਿਵੇਂ ਪ੍ਰਾਪਤ ਹੋਵੇਗੀ? ਮੈਨੂੰ ਚਾਹੀਦੀ ਹੈ। ਮੈਂ ਵੀ ਆਪਣੇ ਅੰਦਰ ਨੂੰ ਸੋਨੇ ਵਰਗਾ ਸ਼ੁੱਧ ਕਰਨਾ ਹੈ। ਮੈਂ ਵੀ ਆਪਣੇ ਅੰਦਰ ਨਾਮ ਰਤਨ ਜੜਨਾ ਚਾਹੁੰਦਾ ਹੈ। ਮਹਾਰਾਜ ਮੈਨੂੰ ਜੁਗਤ ਦੇ ਦਿਓ। ਮਹਾਰਾਜ ਕਹਿਣ ਲੱਗੇ ਫਿਰ ਇਸ ਸੋਨੇ ਵਰਗੀ ਸ਼ੁੱਧਤਾ ਦੀ ਜੀਨ ਇੱਕੋ ਤਰੀਕਾ ਜੇ ਮਿਲਦੀ ਹੈ। ਮਹਾਰਾਜ ਕਿਹੜਾ ਤਰੀਕਾ ਹੈ? ਕਹਿਣ ਲੱਗੇ ਗੁਰ ਸ਼ਬਦ ਪਾਇਆ। ਇਹ ਬਖਸ਼ਿਸ਼ ਭਰਿਆ ਹੋਇਆ ਮੁਕਾਮ ਗੁਰੂ ਸ਼ਬਦ ਦੇ ਸਦਕੇ ਹੀ ਪ੍ਰਾਪਤ ਹੁੰਦਾ ਜੀ। ਜਿਵੇਂ ਆਪਾਂ ਕਦੇ ਕਦੇ ਕਹਿਦੇ ਨੇ ਨਾ, ਆਹ ਵਸਤੂ ਜਿਹੜੀ ਹੈ ਨਾ ਫਲਾਣੇ ਥਾਂ ਤੋਂ ਮਿਲਦੀ ਹੈ। ਆ ਕਦੇ ਕਦੇ ਹਿਕਮਤ ਵਿੱਚ ਡਾਕਟਰਾਂ ਦੇ ਪੱਧਰ 'ਤੇ ਜਿਨ੍ਹਾਂ ਨੇ ਕੰਮ ਕੀਤੇ ਨੂੰ ਪਤਾ ਹੈ, ਡਾਕਟਰ ਕਹਿ ਦਿੰਦੇ ਕੁਝ ਇਹਦਾ ਇੱਕੋ ਹੀ ਇਲਾਜ ਹੈ ਅਤੇ ਫਲਾਣੇ ਹਸਪਤਾਲ 'ਚ ਹੋ ਸਕਦਾ। ਇਹਦਾ ਆ ਸਾਡੇ ਆਲੇ ਦੁਆਲੇ ਬਈ ਕੋਈ ਸਪੈਸ਼ਲਿਸਟ ਡਾਕਟਰ ਹੈ, ਉਹਦੇ ਨਾਲ ਸੰਬੰਧ ਬਣਾ ਲਓ, ਪੁੱਛ ਲਓ ਭਾਈ, ਸਮਾਂ ਦਿੰਦਾ। ਤੇ ਮਹਾਰਾਜ ਕਹਿਣ ਲੱਗੇ ਜੇ ਅੰਦਰ ਨੂੰ ਸੋਨੇ ਵਰਗੀ ਸ਼ੁੱਧਤਾ ਲੈਣੀ ਜੇ ਨਾਮ ਰਤਨ ਅੰਦਰ ਜੜਨਾ ਜੇ ਚਾਹੁੰਦੇ ਹੋ ਕਿ ਮੈਨੂੰ ਵੀ ਵਾਹਿਗੁਰੂ ਜੀ ਕੀ ਬਖਸ਼ਿਸ਼ਾਂ ਨਾਮ ਮਿਲੇ, ਅਤੇ ਜੁਗਤ ਇੱਕੋ ਜੇ, ਰਸਤਾ ਇੱਕੋ ਜੇ, ਉਹ ਹੈ ਗੁਰ ਸ਼ਬਦ। ਸ਼ਬਦ ਦੇ ਸਦਕੇ ਹੀ ਮਿਲੇਗਾ। ਅੰਦਰ ਦੀ ਪਵਿੱਤਰਤਾ ਸ਼ਬਦ ਸਦਕੇ ਹੀ ਮਿਲੇਗੀ। ਗੁਰ ਸ਼ਬਦ ਪਾਇਆ। ਮਹਾਰਾਜ ਗੁਰ ਸ਼ਬਦ ਕਰਕੇ ਕਿਵੇਂ ਮਿਲਦਾ? ਮੈਂ ਤਾਂ ਆਪਣੇ ਘਰ ਪ੍ਰਕਾਸ਼ ਕੀਤਾ ਹੋਇਆ ਜੀ। ਸਾਡੇ ਘਰਾਂ 'ਚ ਬਹੁਤਿਆਂ ਕੀਤਾ। ਅਸੀਂ ਤਾਂ ਗੁਰੂ ਮਹਾਰਾਜ ਨੂੰ ਆਪਣੇ ਘਰ ਰੱਖਿਆ ਹੋਇਆ ਜੀ। ਅਸੀਂ ਕਦੇ ਕਦੇ ਇੱਦਾਂ ਕਹਿੰਦੇ ਹਾਂ ਨਾ, ਦੇਖੋ ਜੀ ਅਸੀਂ ਤਾਂ ਮਹਾਰਾਜ ਨੂੰ ਘਰ ਰੱਖਿਆ। ਠੀਕ ਹੈ ਬਈ, ਤੁਸੀਂ ਰੱਖੇ ਹੋਏਗਾ, ਤੁਸੀਂ ਵੱਡੇ ਹੋਗੇ, ਤੁਸੀਂ ਇੰਨੇ ਵੱਡੇ ਹੋ ਕਿ ਤੁਸੀਂ ਘਰ ਗੁਰੂ ਨੂੰ ਰੱਖੇ ਹੈ। ਭਾਈ ਰੱਖੇ ਤੇ ਨੌਕਰ ਜਾਂਦੇ ਨੇ, ਰੱਖੇ ਤੇ ਯਤੀਮ ਜਾਂਦੇ ਨੇ। ਅੱਜ ਤੱਕ ਕਦੇ ਕਿਸੇ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਨੂੰ ਘਰ ਰੱਖੇ? ਨਹੀਂ ਕਹਿੰਦੇ ਨਾ, ਨੌਕਰ ਰੱਖਿਆ ਹੈ। ਕੋਈ ਹਾਂ ਗੁਆਂਢੀਆਂ ਦਾ ਬੰਦਾ ਸੀ, ਉਹਨੂੰ ਘਰ ਰੱਖ ਲਿਆ। ਅਸੀਂ ਤਾਂ ਕਹਿੰਦੇ ਅਸੀਂ ਤਾਂ ਗੁਰੂ ਨੂੰ ਘਰ ਰੱਖੇ। ਨਹੀਂ, ਅਸੀਂ ਇੱਕ ਕਮਰਾ ਬਣਾਇਆ, ਇੰਤਜ਼ਾਮ ਕੀਤੇ, ਚੰਗਾ ਲੱਗਦਾ ਹੈ, ਪਰ ਗੁਰੂ ਨੂੰ ਘਰ ਤੱਕ ਲੈ ਜਾਇਓ ਕਿ ਨਹੀਂ ਲੈ ਪਾ ਕੇ ਜਾਇਓ ਇਹ ਪਤਾ ਨਹੀਂ ਅਜੇ। ਹਾਂ, ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਇੰਤਜ਼ਾਮਾਂ ਕੀਤੇ, ਚੰਗਾ ਹੈ, ਪਰ ਤੁਹਾਡੇ ਘਰ ਤੱਕ ਗੁਰੂ ਗਏ ਕਿ ਨਹੀਂ ਪਤਾ ਨਹੀਂ। ਜੇ ਗੁਰੂ ਗਏ ਹੁੰਦੇ ਤਾਂ ਪਵਿੱਤਰਤਾਵਾਂ ਅਤੇ ਸ਼ੁੱਧਤਾਵਾਂ ਹੁੰਦੀਆਂ। ਖੈਰ, ਗੁਰ ਸ਼ਬਦ ਕਿੱਦਾਂ ਮਿਲਦਾ? ਕਹਿਣ ਲੱਗੇ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ। ਭਾਈ ਗੁਰ ਸ਼ਬਦ ਦੇ ਸਦਕੇ ਵਾਹਿਗੁਰੂ ਜੀ ਦੇ ਸਿਮਰਨ ਨੂੰ ਕਰਨਾ। ਸਾਡੇ ਕੋਲ ਜੁਗਤ ਇਹੀ ਹੈ ਨਾ ਕਿ ਭਾਈ ਅਸਾਂ ਨੇ
गुरु की बाणी के सदके गुरु के शब्द नूं प्राप्त करना है। गुरु शब्द नूं प्राप्त सुरत सदके ही हुंदा जे। बाकी इंतजामात के मुताबिक बाणी गुरबाणी प्राप्त होंदी है, बाकी इंतजामात के मुताबिक ज्ञान प्राप्त होंदा है, जानकारियां मिलदियां ने, कर्म धर्म के पते लगते हैं, पर शब्द की प्राप्ति सुरत नूं ही हुंदी है। शब्द नूं केवल भाव के हत्थां दे नाल ही पकड़िया जाता है, शब्द नूं केवल सुरत दे नाल ही स्पर्श किया जाता है। जिवें आ कोई दुनियावी सज्जन मित्र मिलते हैं तो आपां गलवकड़ी पा लैने आ, वडेरा मिल गया तो चलो आपां पैरीं हत्थ ला देंगे, छोटा मिल जाएगा तो आपां सिर ते हत्थ धर देंगे, छू लवांगे। पर गुरु नूं किवें छूआंगे? गुरु नूं ते इदां छू नहीं सकते, ना गलवकड़ी पा के, ना पैरीं हत्थ ला के, ना सिर ते हत्थ ला के। गुरु नूं छूण वास्ते सानूं सुरत नूं जगाउणा पैणा। गुरु नूं छूण वास्ते सानूं सुरत दे उत्ते पए होए विकारां दे तमाम कूड़े मिटाने पैणे ने। गुरु नूं छूण वास्ते सानूं अपने सुरत नूं चेतन करना पैणा। जिन्हां दी सुरत जाग जाएगी ਉਹੀ गुरु शब्द नूं छू पाणगे। और इसे पढ़े आना फिर जदों गुरु शब्द नूं सुरत छूएगी तो फिर आनंद आ जाएगा। अज कहन लगे इसे करके सानूं पता है ना, शब्द गुरु है तो असीं सुरत धुन करके चेला है। कहन लगे गुर शब्द पाया हर नाम ध्याया, वडभागी हर रंग हर बने। जदों गुरु शब्द की प्राप्ति हुई, नाम जपिया सुरत करके, तो वड्डे भागां सदके फिर रंग कैसे बने? हर रंग बने, फिर नाम रंग बन गए। आपां कहना नाम रंग कदे उतर ना जाए, राम दा रंग जो है वो कदे उतर नहीं जाता। दुनिया के रंग जिन्ने ने वो मिट जाते हैं। आपां सुनिया ना, असीं शरीर ते एक काया दे उत्ते लब दा रंग लगा होया है, शरीर काया दे उत्ते तमाम प्रकार के विकारां दे असां लोभ लालच ते रंग लगे ने। ते पर भाई जे ये रंग लाउणा चाहुंदे हो तो गुरु कोल जाना पैना है, हर नाम दा रंग लगना है। कहण लगे जदों शब्द दे सदके सुरत करके जप हुंदा है, नाम ध्याईदा है, तो फिर वाहिगुरू जी दे नाम दे रंग लगते हैं, तो फिर रंग बनते हैं, भाव खुशियाँ ते आनंद बनते हैं। बड़े प्यार नाल कहण लगे हर मिले सुआमी। जदों फिर असीं बरकतां हिरदे च वरदियां तो वाहिगुरू जी आप मिलते। हर मिले सुआमी, क्योंकि वाहिगुरू जी नूं कोई दसना नहीं पैंदा, बस पवित्रता प्राप्त होवे, पवित्रता के मुकाम ते पहुँचीए तो आप प्रगट हो जाते हैं। अज जिवें आपां कई बार एग्जाम्पल पढ़ते ना, एक हाइट ते पहुँच जावांगे, ठंडक अपने आप मिलण लग पैनी आ। आप पहाड़ां नूं जांदे हो ना, एक हाइट ते पहुँच जाने आ, अपने आप ठंडी हवा, पवित्र हवा, ठंडक मिलण लग पैंदी। तो उस दिन सेम डे सेम टाइम कोई ज़मीनी मैदान ते बैठा होवेगा, वो कहेगा जी बड़ी ठंडी हवा, सानू तो इन्हां कपड़े ठंड लगती पई है, असीं तो रजाई मंगते पे हाँ। तो इत्थों वाला कहेगा भाई बड़ी गर्मी है, असीं तो एसी चलाते पे हाँ। समा बराबर है, सब कुछ है, पता क्यों? एक हाइट ते है, एक ऊंचाई ते आ। जो ऊंचाई ते पहुँच गया ठंडक आपे मिलेगी। इसे तरह जो पवित्रता नूं प्राप्त कर बैठा, जिसने अपने अंदरों निर्मलता नूं प्राप्त कर लिया, सत प्राप्त कर लिया, गुरु आपे ही प्रगट हो जाते हैं। जिथे भी सत होएगा उत्थे गुरु आपे ही प्रगट हो जाएंगे, क्योंकि जिथे जै सतगुर तैं सतसंगत बनाई कहते ना आपां। जिथे सतसंगत बह के सिमरन करन लग पैंदी है, उत्थे गुरु प्रगट हो जाते हैं। अज कहन लगे फिर कहते हर मिले सुआमी, पता क्यों? वो तो अंतरजामी है, बुलाने की देसन लोड़ नहीं, वो तो प्रगट होंदे ने। इसे करके अज तक जितने वड्डियां दी साखियां पढ़ियां सुनियां सुनाइयां की हुंदा है, भगत भगती करदा है, भगवान प्रगट होंदे ने। यही कादा सिंपल जिहा नियम है ना, भगत भगती करी जांदा है, भगवान प्रगट हो जाते हैं। भावें किसी कंदरा च बैठा है, भावें किसी बागां च है, किसी घर परिवार च है, वो जिथे भी भगती करता है वो प्रगट होंदे ने। सानूं दस्सिया गया है ठाकुर जा सिमरा तू ताही, बस सिमरन हो जाए उते है अंतरजामी। हर मिले सुआमी अंतरजामी, हर नवतन हर नवरंगिया। पता क्यों? वो हर नवतन है, वो नीत नवा है, वो पुराना नहीं है कि पुराने मंत्र पढ़िया मिलेगा, नहीं। सत प्राप्त हो जाए तो नीत नवाए,
ਅਸੀਂ ਪੜ੍ਹਦੇ ਸਾਹਿਬ ਮੇਰਾ ਨੀਤ ਨਵਾ, ਉਹ ਨਵਤਨ ਹੈ, ਨਵਰੰਗੀਆ ਹੈ। ਨਵਰੰਗੀ ਕਹਿੰਦੇ ਨੇ ਬਿਲਕੁਲ ਆਨੰਦਦਾਇਕ, ਨਵੇਂ ਰੰਗਾਂ ਵਾਲਾ ਭਾਵ ਚੜ੍ਹਦੀ ਕਲਾ, ਹਰ ਵਕਤ ਨਵੀਨਤਾ ਦਾ ਧਾਰਨ। ਜਿਵੇਂ ਨਵੀਂ ਕੁਰੰਬਲ ਹੁੰਦੀ ਹੈ, ਕੋਈ ਦੋਸ਼ ਨਹੀਂ, ਕੋਈ ਵਿਕਾਰ ਨਹੀਂ, ਕੋਮਲਤਾ ਹੀ ਕੋਮਲਤਾ ਹੈ। ਇਵੇਂ ਪ੍ਰਮਾਤਮਾ ਹਰ ਵਕਤ ਨਵੀਨਤਾ ਨੂੰ ਧਾਰਨ ਕਰਦਾ ਹੈ, ਨਵਰੰਗਤਾ ਨੂੰ ਧਾਰਨ ਕਰਦਾ ਹੈ। ਤੇ ਅਖੀਰ ਤੇ ਫਿਰ ਕਹਿੰਦੇ ਨਾਨਕ ਵਖਾਣੈ, ਆਪਣਾ ਨਾਂ ਲੈ ਕੇ ਭਾਈ ਤੈਨੂੰ ਇੱਕ ਗੱਲ ਦੱਸਾਂ, ਨਾਨਕ ਵਖਾਣੈ ਨਾਮ ਜਾਣੈ। ਉਹ ਭਾਈ ਸਾਰੀ ਕਲਾ ਨਾਮ ਦੇ ਸਦਕੇ ਹੈ। ਇਹ ਨਾਮ ਦੇ ਸਦਕੇ ਬਰਕਤਾਂ ਵਰਤੀਆਂ ਨੇ। ਨਾਨਕ ਵਖਾਣੈ ਨਾਮ ਜਾਣੈ। ਨਾਮ ਦੀ ਬਾਬਤ ਕਿੱਦਾਂ ਬਾਬਾ? ਹਰ ਨਾਮ ਹਰ ਪ੍ਰਭ ਮੰਗੀਆ। ਕਹਿਣ ਲੱਗਿਆ ਸੀ ਤੇ ਭਾਈ ਆਪਣੇ ਵਾਹਿਗੁਰੂ ਜੀ ਤੋਂ ਨਾਮ ਹੀ ਮੰਗਦੇ ਹਾਂ। ਆਪਾਂ ਵੀ ਅਰਦਾਸ ਕਰਦੇ ਹੁੰਦੇ ਨਾ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੁ। ਕੀ ਕਰੋਗੇ ਜੀ? ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਮੈਨੂੰ ਨਾਮ ਦੀ ਦਾਤ ਦਿਓ, ਮੈਂ ਤੇਰੇ ਨਾਮ ਦੀ ਦਾਤ ਲੈ ਕੇ ਨਾਮ ਹੀ ਗਾਵਾਂਗਾ, ਨਾਮ ਹੀ ਜਪਾਂਗਾ। ਗੁਰਦੇਵ ਕਿਰਪਾ ਕਰਨ। ਆਪਾਂ ਜਦੋਂ ਇੱਥੇ ਅਰਦਾਸਾਂ ਕਰਦੇ ਹਾਂ ਤੇ ਇਹੀ ਕਹਿੰਦੇ ਹੁੰਦੇ ਨਾ, ਦਾਨਾ ਸਿਰ ਦਾਨ ਨਾਮ ਦਾਨ। ਬਾਕੀ ਦਾਨ ਠੀਕ ਨੇ, ਚੰਗੇ ਨੇ, ਸ਼੍ਰੇਸ਼ਟ ਨੇ, ਪਰ ਸਭ ਤੋਂ ਉੱਤਮ ਤੇ ਸ਼੍ਰੇਸ਼ਟ ਦਾਨ ਨਾਮ ਦਾਨ ਹੈ। ਗੁਰਦੇਵ ਕਿਰਪਾ ਕਰਨ ਸਾਡੇ ਸਾਰਿਆਂ ਦੀ ਝੋਲੀ 'ਚ ਨਾਮ ਦਾਨ ਪ੍ਰਾਪਤ ਹੋ ਸਕੇ, ਨਾਮ ਦੀ ਬਰਕਤ ਵਰ ਸਕੇ, ਤੇ ਸਾਡਾ ਅੰਦਰ ਸੋਨੇ ਵਰਗਾ ਸ਼ੁੱਧ ਹੋ ਸਕੇ, ਤੇ ਨਾਮ ਰਤਨ ਵਾਂਗ ਉੱਤੇ ਜੜਿਆ ਜਾਏ, ਸਾਡੀ ਯਾਤਰਾ ਮੁਕੰਮਲ ਹੋ ਸਕੇ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਆ। ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।